ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਦਾਤੇ ਦਾ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 517 ਦੇ ਉੱਪਰ ਅੰਕਿਤ। ਪਿੱਛੇ ਤੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਗੌੜੀ ਵਾਹਿਗੁਰੂ ਗੂਜਰੀ ਰਾਗ ਦੀ ਵਾਰ ਚੱਲ ਰਹੀ ਹੈ। ਇਸ ਵਾਰ ਦੇ ਵਿੱਚ ਕੁੱਲ 22 ਪੌੜੀਆਂ ਨੇ ਤੇ 20 ਪੌੜੀਆਂ ਦੀ ਵਿਚਾਰ ਆਪਾਂ ਕੱਲ ਤੱਕ ਕੀਤੀ ਹੈ। ਅੱਜ ਦੇ ਇਸ ਪਾਵਨ ਅੰਗ ਦੇ ਉੱਪਰ 2 ਪੌੜੀਆਂ ਆਖਰੀ ਗੁਜਰੀ ਰਾਗ ਦੀ ਵਾਰ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਉਸ ਤੋਂ ਬਾਅਦ ਗੁਜਰੀ ਰਾਗ ਵਿੱਚ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵੀ ਵਾਰ ਹੈ ਤੇ ਅੱਗੋਂ ਉਹਨਾਂ ਦੀ ਵਾਰ ਸ਼ੁਰੂ ਹੋਏਗੀ। ਆਓ ਕਰੀਏ ਦੀਦਾਰ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ। ਖੇਤ ਮਿਆਲਾਂ ਉੱਚੀਆਂ ਕਰ ਉੱਚਾ ਨਿਰਣਾ। ਸਤਿਗੁਰ ਸੱਚੇ ਪਾਤਸ਼ਾਹ ਭਗਤ ਤੇ ਭੱਟ ਗੁਰਬਾਣੀ ਦੇ ਰਚਨਹਾਰੇ ਇਸ ਕੁਦਰਤ ਦੇ ਵਰਤਾਰਿਆਂ ਨੂੰ ਬੜੇ ਗੌਰ ਨਾਲ ਦੇਖਦੇ ਸਨ। ਕੀ ਦੇਖਦੇ ਨੇ? ਇੱਕ ਕਿਰਸਾਨ ਉੱਪਰ ਦੇਖਦਾ। ਘਰ ਉੱਚਾ ਦੇ ਅਰਥ ਹੈ ਉੱਚਾ, ਰੱਬ ਦਾ ਘਰ ਆਕਾਸ਼। ਆਕਾਸ਼ ਵੱਲ ਦੇਖਦਾ ਹੈ ਤੇ ਉੱਥੇ ਜਦੋਂ ਬੱਦਲਾਂ ਨੂੰ ਦੇਖਦਾ ਕਿ ਬੱਦਲ ਆ ਰਹੇ ਨੇ, ਨਿਰਣੋ, ਫਿਰ ਉਹ ਅੰਦਾਜ਼ਾ ਲਾਉਂਦਾ, ਨਿਰਣਾ ਕਰਦਾ ਕਿ ਮੀਂਹ ਪਵੇਗਾ ਤੇ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈਂਦਾ ਹੈ। ਮੀਂਹ ਪਵੇਗਾ, ਪਾਣੀ ਟਿਕੇਗਾ, ਖੇਤੀ ਆਏਗੀ। ਖੇਤ ਮਿਆਲਾਂ ਉੱਚੀਆਂ ਕਰ ਉੱਚਾ ਨਿਰਣੋ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਜਦੋਂ ਮਹਿਸੂਸ ਕਰਦੇ ਨੇ ਗੁਰੂ ਪਿਤਾ ਜੀ ਨਾਲ ਨੇ, ਵਾਹਿਗੁਰੂ ਜੀ ਨਾਲ ਨੇ, ਉਹ ਵੀ ਪਰਉਪਕਾਰ ਦੇ ਮਿਸ਼ਨ ਦੇ ਲਈ, ਦੁਨੀਆ ਦਾ ਭਲਾ ਕਰਨ ਦੇ ਲਈ ਆਪਣੇ ਅੰਦਰ ਵੱਡੇ ਵੱਡੇ ਜਜ਼ਬੇ, ਵੱਡੀ ਵੱਡੀ ਸੋਚ ਬਣਾ ਲੈਂਦੇ ਨੇ ਕਿ ਦਾਤਾ ਰਹਿਮਤਾਂ ਕਰੇਗਾ। ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣਿਓ। ਫਿਰ ਅੰਦਰ ਇੱਕ ਭਗਤੀ ਦਾ ਮਹਿਲ ਉਸਰਦਾ ਹੈ। ਮਹਿਸੂਸ ਹੁੰਦਾ ਕਿ ਵਾਹਿਗੁਰੂ ਜੀ ਮੇਰੇ ਅੰਗ ਸੰਗ ਨੇ, ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ ਤੇ ਜਿਹੜੇ ਸ਼ੁੱਧ ਸੋਚ ਰੱਖ ਕੇ ਸ਼ੁੱਧ ਵਿਜ਼ਨ ਤੇ ਸ਼ੁੱਧ ਨਿਸ਼ਾਨੇ ਦੇ ਲਈ ਲੋਕਾਂ ਦੇ ਭਲੇ ਲਈ ਕਾਰਜ ਕਰਨੇ ਨੇ, ਰੱਬ ਸਾਥ ਦੇਵੇਗਾ। ਉਹਦੀ ਯਾਦ ਬਣੇਗੀ, ਉਹਦੀ ਭੈ ਭਾਵਨੀ ਬਣੇਗੀ, ਦਾਤਾ ਆਪੇ ਰਹਿਮਤ ਕਰੇਗਾ। ਬਰਸਨਾ ਤਾਂ ਬਰਸ ਘਨਾ ਬਹੁੜ ਬਰਸਾਂ ਕਾਹੇ। ਉਸ ਕਿਰਸਾਨ ਦੇ ਅੰਦਰ ਇੱਕ ਖਿੱਚ ਹੁੰਦੀ ਹੈ। ਦਾਤੇ ਦੇ ਅੱਗੇ ਇੱਕ ਤਰਲਾ ਹੁੰਦਾ, ਦਾਤਿਆ ਹੁਣ ਵੱਤਰ ਧਰਤੀ ਹੈ, ਹੁਣ ਮੌਕਾ ਮੈਂ ਬੀਜ ਸਕਦਾ ਤੇ ਪਲੀਜ਼ ਹੁਣ ਕਿਰਪਾ ਕਰਕੇ ਤੁਸੀਂ ਬਾਰਿਸ਼ ਕਰ ਦਿਓ। ਜੇ ਮੇਰੀ ਵੱਤਰ ਲੰਘ ਗਈ ਤੇ ਫਿਰ ਉਸ ਬਾਰਿਸ਼ ਦਾ ਮੈਨੂੰ ਕੀ ਫਾਇਦਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਤਰਲਾ ਲੈਂਦੇ ਨੇ ਰੱਬ ਦੇ ਅੱਗੇ, ਦਾਤਾ ਜੀ ਇਸ ਜੀਵਨ ਦੇ ਵਿੱਚ ਰਹਿਮਤ ਕਰ ਦਿਓ। ਜੇ ਮੇਰਾ ਜੀਵਨ ਹੀ ਵਿਅਰਥ ਚਲਿਆ ਗਿਆ ਤੇ ਮੇਰੇ ਲਈ ਵਾਰਿਸ ਨਾ ਬਰਸ ਵਰਗੀ ਹੋ ਗਈ। ਮੇਰੇ ਲਈ ਫਿਰ ਉਹ ਰਹਿਮਤ ਕਿਸ ਕੰਮ, ਜਿਹੜੀ ਰਹਿਮਤ ਮੇਰੇ ਜੀਵਨ ਵਿੱਚ ਨਹੀਂ ਆਈ। ਦਾਤਾ ਜੀ ਰਹਿਮਤ ਕਰ ਦਿਓ। ਇਸ ਚਾਉ ਵਿੱਚ, ਇਸ ਤੜਫ ਦੇ ਵਿੱਚ, ਇਸ ਅਰਦਾਸ ਦੇ ਵਿੱਚ ਰੱਬ ਦੇ ਪਿਆਰੇ ਜੀਵਨ ਜਿਉਂਦੇ ਨੇ। ਨਾਨਕ ਤਿਨ ਬਲਿਹਾਰਨ ਹੈ ਜਿਨ ਗੁਰਮੁਖ ਪਾਇਆ ਮਨ ਮਾਹੇ। ਹੇ ਨਾਨਕ ਜੀ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਵਿੱਚੋਂ ਹੀ, ਆਪਣੇ ਮਨ ਵਿੱਚੋਂ ਹੀ, ਆਪਣੀਆਂ ਭਾਵਨਾਵਾਂ ਵਿੱਚੋਂ ਹੀ ਉਹਦੀ ਬਖਸ਼ਿਸ਼, ਉਹਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਗੁਣ, ਰਹਿਮਤਾਂ ਅੰਦਰ ਹੀ ਪਾ ਲੀਆਂ, ਮਹਿਸੂਸ ਕਰ ਲਿਆ ਰੱਬ ਤਾਂ ਮੇਰੇ ਅੰਦਰ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਸ 21ਵੀਂ ਪੌੜੀ ਦੇ ਨਾਲ ਦੂਸਰਾ ਸ਼ਲੋਕ ਹੈ। ਮਿੱਠਾ ਸੋ ਜੋ ਭਾਵੰਦਾ ਸੱਜਣ ਸੋ ਜੇ ਰਾਸ। ਮਿੱਠਾ ਉਹ ਹੁੰਦਾ ਜਿਹੜਾ ਚੰਗਾ ਲੱਗੇ ਤੇ ਸੱਜਣ ਉਹ ਹੁੰਦਾ ਜਿਹੜਾ ਮੁਆਫਕ ਆ ਜਾਵੇ, ਜਿਹਦੇ ਨਾਲ ਨਿਭ ਜਾਵੇ, ਤੋੜ ਨਿਭ ਜਾਵੇ। ਇਸੇ ਲਈ ਜਦੋਂ ਗੁਰੂ ਪਾਤਸ਼ਾਹ ਦੀ ਬਾਣੀ, ਰੱਬ ਦੇ ਗੁਣ, ਰੱਬ ਦੇ ਉਪਦੇਸ਼ ਉਹ ਚੰਗੇ ਲੱਗਣ ਲੱਗ ਜਾਣ, ਬੜੇ ਮਿੱਠੇ ਨੇ। ਤੇ ਉਹ ਸੱਜਣ ਐਸਾ ਹੈ, ਪ੍ਰਭੂ ਜੀ ਤੇ ਗੁਰੂ ਸਾਹਿਬ ਐਸੇ ਸੱਜਣ ਨੇ ਜਿਨ੍ਹਾਂ ਨਾਲ ਤੋੜ ਨਿਭਦੀ ਹੈ। ਨਾਨਕ ਗੁਰਮੁਖ ਜਾਣੀ ਹੈ
ਜਾ ਕੋ ਆਪ ਕਰੇ ਪਰਗਾਸ। हे ਨਾਨਕ ਜੀ, ਇਸ ਗੱਲ ਦੀ ਸੋਝੀ ਉਹਨਾਂ ਨੂੰ ਆਉਂਦੀ ਹੈ ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਜ਼ਿੰਦਗੀ ਜਿਉਂਦੇ ਨੇ। ਉਹਨਾਂ ਉਪਦੇਸ਼ਾਂ ਦੇ ਨਾਲ ਸੋਝੀ ਆਉਂਦੀ ਹੈ, ਅੰਦਰ ਸੰਤੁਸ਼ਟੀ ਬਣਦੀ ਹੈ, ਸਬਰ ਸੰਤੋਖ ਆਉਂਦਾ ਹੈ, ਅੰਦਰ ਖੇੜਾ ਬਣਦਾ ਹੈ ਤੇ ਇਹ ਆਨੰਦ ਰਸ ਬਣਿਆ ਰਹਿੰਦਾ ਹੈ, ਆਤਮਿਕ ਸੁਖ। ਪੌੜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਗੂਜਰੀ ਰਾਗ ਦੀ ਵਾਰ ਦੀ 21ਵੀਂ ਪੌੜੀ ਹੈ। ਕੁੱਲ 22 ਪੌੜੀਆਂ ਨੇ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ। ਹੇ ਰੱਬ ਜੀ, ਪ੍ਰਭੂ ਜੀ, ਤੁਹਾਡੇ ਅੱਗੇ ਮੇਰੀ ਅਰਦਾਸ ਹੈ, ਤੁਸੀਂ ਸਾਡੇ ਸਦੀਵੀ ਮਾਲਕ ਹੋ। ਸੱਚਾ ਦੇ ਅਰਥ ਸਦੀਵੀ, ਸਦਾ ਰਹਿਣ ਵਾਲੇ। ਤੂੰ ਰਖਵਾਲਾ ਸਦਾ ਸਦਾ, ਹਾਂ ਤੁਧ ਧਿਆਈ। ਤੁਸੀਂ ਸਾਡੇ ਸਦਾ ਹੀ ਰੱਖਿਆ ਕਰਦੇ ਹੋ, ਰਹਿਮਤਾਂ ਕਰਦੇ ਹੋ, ਤੇ ਮੈਂ ਸਦਾ ਹੀ ਤੁਹਾਡੇ ਵੱਲ ਧਿਆਨ ਰੱਖਦਾ ਹਾਂ, ਤੁਹਾਨੂੰ ਧਿਆਉਂਦਾ ਹਾਂ, ਤੁਹਾਨੂੰ ਸਮਰਪਿਤ ਹੋ ਕੇ ਜੀਵਨ ਜਿਉਂਦਾ ਹਾਂ। ਜੀ ਜੰਤ ਸਭ ਤੇਰਿਆ, ਤੂੰ ਰਹਿਆ ਸਮਾਈ। ਸਾਰੇ ਜੀਵ ਜੰਤ ਤੇਰੇ ਪੈਦਾ ਕੀਤੇ ਨੇ ਤੇ ਸਾਰੇ ਜੀਵਾਂ ਵਿੱਚ ਤੇਰੀ ਜੋਤ ਹੈ, ਤੂੰ ਉਹਨਾਂ ਵਿੱਚ ਸਮਾਇਆ ਹੋਇਆ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਤਿਸ ਮਾਰ ਪਚਾਈ। ਜਿਹੜੇ ਤੇਰੇ ਦਾਸ ਬਣ ਜਾਂਦੇ ਨੇ, ਚਾਕਰ ਬਣ ਜਾਂਦੇ ਨੇ, ਤੈਨੂੰ ਸਮਰਪਿਤ ਹੋ ਕੇ ਆਪਾ ਵਾਰਦੇ ਨੇ, ਤੇ ਉਹਨਾਂ ਦੀ ਜਿਹੜੇ ਨਿੰਦਾ ਕਰਦੇ ਨੇ, ਉਹ ਆਪਣੇ ਆਪ ਹੀ ਆਪਣੇ ਅੰਦਰੋਂ ਆਤਮਿਕ ਮੌਤ ਮਰਦੇ ਨੇ ਤੇ ਖੱਜਲ ਖੁਆਰ ਹੁੰਦੇ ਨੇ। ਭਾਵ ਪਚਦੇ ਨੇ। ਉਹ ਆਪਣੀ ਨਿੰਦਾ ਕਰ ਕਰਕੇ ਵੀ ਕੁਛ ਨਹੀਂ ਕਰ ਸਕਦੇ ਰੱਬ ਦੇ ਪਿਆਰਿਆਂ ਦਾ, ਕਿਉਂਕਿ ਸਿਧਾਂਤ ਹੈ ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ। ਚਿੰਤਾ ਛੱਡ ਅਚਿੰਤ ਰਹ, ਨਾਨਕ ਲਗ ਪਾਈ। ਹੇ ਨਾਨਕ ਜੀ, ਰੱਬ ਦੇ ਚਰਨ, ਰੱਬ ਦੇ ਗੁਣ ਨੇ, ਰੱਬ ਦੇ ਉਪਦੇਸ਼ ਹੈ। ਰੱਬ ਦੇ ਉਪਦੇਸ਼ਾਂ ਨੂੰ ਖੇੜੇ ਮੱਥੇ ਮੰਨਣਾ, ਪ੍ਰੈਕਟੀਕਲ ਜ਼ਿੰਦਗੀ ਜਿਉਣਾ, ਰੱਬ ਦੇ ਚਰਨੀ ਲੱਗਣਾ। ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਦੇ ਸ਼ੁਕਰਾਨੇ ਵਿੱਚ ਗੁਣਾਂ ਦੇ ਨਾਲ ਹੋਰਨਾਂ ਦਾ ਭਲਾ ਕਰਨਾ, ਇਹ ਚਰਨੀ ਲੱਗਣਾ। ਚਿੰਤਾ ਵਿੱਚ ਨਾ ਜਿਉ, ਚਿੰਤਾ ਚਿਖਾ ਬਰਾਬਰ ਹੈ। ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਸਦਾ ਵਾਪਰਦੀਆਂ ਰਹਿਣਗੀਆਂ। ਇਹ ਨਿੱਕੇ ਨਿੱਕੇ ਵਰਤਾਰੇ ਪਿੰਚ ਕਰਨ ਵਾਲੇ ਸਦਾ ਰਹਿਣਗੇ। ਗੁਲਾਬ ਦੇ ਫੁੱਲਾਂ ਕੋਲ ਕੰਡੇ ਹੁੰਦੇ ਨੇ। ਚਿੰਤਾ ਛੱਡ ਅਚਿੰਤ ਰਹੋ। ਆਪਣਾ ਧਿਆਨ ਉਹ ਚਿੰਤਾ ਵਾਲੇ ਛੋਟੇ ਛੋਟੇ ਵਰਤਾਰਿਆਂ ਤੋਂ ਪਾਸੇ ਕਰ। ਰੱਬ ਦੇ ਗੁਣ ਤੇ ਰੱਬ ਦੇ ਉਪਦੇਸ਼ਾਂ ਨੇ ਇਹ ਚਰਨ ਨੇ, ਇਹਨਾਂ ਚਰਨਾਂ ਦੇ ਲੜ ਲੱਗ ਕੇ ਜੀਵਨ ਨੂੰ ਅੱਗੇ ਵਧਾ, ਜੀਵਨ ਇੰਜੋਏ ਕਰ। ਤੈਨੂੰ ਪਤਾ ਲੱਗੇ ਜ਼ਿੰਦਗੀ ਜ਼ਿੰਦਾਬਾਦ ਕਿਵੇਂ ਬਣਦੀ ਹੈ। ਮਹੱਲਾ ਤੀਜਾ। ਵਾਹਿਗੁਰੂ। ਸ਼ਲੋਕ ਮਹੱਲਾ ਤੀਜਾ। ਹੁਣ ਅਖੀਰਲੀ ਪੌੜੀ 22ਵੀਂ, ਉਹਦੇ ਨਾਲ 2 ਸ਼ਲੋਕ ਤੇ ਪਹਿਲਾ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਆਸਾ ਕਰਤਾ ਜਗ ਮੋਆ, ਆਸਾ ਮਰੈ ਨਾ ਜਾਏ। ਮਨੁੱਖ ਆਪਣੇ ਅੰਦਰ ਉਮੀਦਾਂ, ਵਾਸ਼ਨਾਵਾਂ, ਭੁੱਖਾਂ, ਸਵਾਰਥ, ਲੋਭ ਲਾਲਚ, ਮੰਗਾਂ ਪੈਦਾ ਕਰਦਾ ਹੈ। ਇਹ ਕਦੀ ਮੁੱਕਦੀਆਂ ਨਹੀਂ। ਆਸਾ ਮਰੈ ਨਾ ਜਾਏ, ਇਹ ਤਾਂ ਵੱਧਦੀਆਂ ਤੁਰੀਆਂ ਜਾਣਗੀਆਂ। ਲੱਖ ਖੱਟੇ, ਵਾਹਿਗੁਰੂ, ਸਹਿਸ ਖੱਟੇ ਲੱਖ ਕੌਠ ਧਾਵੈ। ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਸੁਖਮਨੀ ਸਾਹਿਬ ਵਿੱਚ ਬੜੀ ਪਿਆਰੀ ਪੰਕਤੀ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿੱਤ ਲਾਏ। ਤੇ ਪੂਰੀਆਂ ਦੇ ਅਰਥ ਖਤਮ ਹੀ ਹੋ ਗਈਆਂ। ਇਹ ਨਾਨਕ ਜੀ, ਜਿਨ੍ਹਾਂ ਨੇ ਸੱਚੇ ਦੇ ਨਾਲ ਚਿੱਤ ਲਾ ਲਿਆ, ਉਹਦੇ ਰੱਬੀ ਉਪਦੇਸ਼ ਹਮੇਸ਼ਾ ਯਾਦ ਰਹਿੰਦੇ ਨੇ ਤੇ ਉਹਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਉਂਦੇ ਨੇ। ਉਹਨਾਂ ਦੀ ਚੇਤਾ ਸ਼ਕਤੀ ਵਿੱਚ ਰੱਬ ਦੀ ਭੈ ਭਾਵਨੀ ਵਸੀ ਹੁੰਦੀ ਹੈ। ਉਹ ਰੱਬ ਦੇ ਨਿਯਮਾਂ ਨੂੰ ਫੋਲੋ ਕਰਦੇ ਨੇ। ਉਹਨਾਂ ਦੇ ਅੰਦਰੋਂ ਆਸ਼ਾਵਾਂ ਹੀ ਖਤਮ ਹੋ ਜਾਂਦੀਆਂ ਨੇ। ਉਹ ਸਬਰ ਸੰਤੋਖ ਵਿੱਚ ਜਿਉਂਦੇ ਨੇ, ਸਵਾਰਥੀ ਨਹੀਂ ਹੁੰਦੇ, ਲੋਭੀ ਨਹੀਂ ਹੁੰਦੇ। ਮਹੱਲਾ ਤੀਜਾ। ਅਖੀਰਲੀ ਪੌੜੀ 22ਵੀਂ। ਇਹ ਦੂਸਰਾ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਆਸਾ ਮਾਨਸ਼ਾ ਮਰ ਜਾਏ ਸੀ, ਜਿਨ ਕੀਤੀ ਸੋ ਲੈ ਜਾਏ। ਇਹ ਅੰਦਰ ਇੱਛਾਵਾਂ, ਵਾਸ਼ਨਾਵਾਂ, ਮੰਗਾਂ, ਸਵਾਰਥ, ਲੋਭ ਲਾਲਚ,
ਇਹ ਮਰ ਜਾਂਦਾ ਹੈ। ਜੇ ਰੱਬ ਨੂੰ ਸਮਰਪਿਤ ਹੋ ਕੇ ਜੀਵਨ ਜਿਉਈਏ, ਜਿਹਨੇ ਉਹ ਪੈਦਾ ਕੀਤਾ ਹੈ, ਉਹੀ ਇਸ ਨੂੰ ਖਤਮ ਕਰ ਦਿੰਦਾ ਹੈ। ਗੁਰੂ ਕਾ ਗੁਰਸਿੱਖ ਸਵਾਰਥੀ ਨਹੀਂ ਹੋਣਾ ਚਾਹੀਦਾ। ਸਵਾਰਥ ਵਿੱਚੋਂ ਚਾਪਲੂਸੀਆਂ ਜਨਮ ਲੈਂਦੀਆਂ ਨੇ, ਸਵਾਰਥ ਵਿੱਚੋਂ ਚੁਸਤ ਚਲਾਕੀਆਂ ਜਨਮ ਲੈਂਦੀਆਂ ਨੇ, ਸਵਾਰਥ ਵਿੱਚੋਂ ਲੋਭ ਜਨਮ ਲੈਂਦਾ ਹੈ, ਤੇ ਸਵਾਰਥ ਤੇ ਲੋਭ ਧੜੇਬੰਦੀਆਂ ਪੈਦਾ ਕਰਦਾ ਹੈ। ਇਹ ਕੌਮ ਨੂੰ ਕਮਜ਼ੋਰ ਕਰਦਾ ਹੈ। ਗੁਰਸਿੱਖ ਸਬਰ ਸੰਤੋਖ ਵਾਲੇ ਹੋਣਗੇ, ਤਦ ਚੜ੍ਹਦੀ ਕਲਾ ਹੋਏਗੀ। ਨਾਨਕ ਨਿਹਚਲ ਕੋ ਨਹੀਂ, ਵਾਜੋ ਹਰ ਕੈ ਨਾਏ। ਰੱਬ ਦੇ ਉਪਦੇਸ਼ਾਂ ਤੋਂ ਬਿਨਾਂ ਸਦੀਵੀ ਇੱਥੇ ਕੋਈ ਵੀ ਨਹੀਂ। ਇਹ ਨਾਨਕ ਜੀ, ਸਭ ਕੁਛ ਨਾਲ ਨਿਭਣ ਵਾਲਾ ਨਹੀਂ, ਨਿਭਦਾ ਹੈ ਤਾਂ ਰੱਬ ਦਾ ਉਪਦੇਸ਼, ਗਿਆਨ ਰੂਪੀ ਨਾਮ, ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਧਿਆਨ ਰੂਪੀ ਨਾਮ। ਜਿਨ੍ਹਾਂ ਨੂੰ ਜਿਉਣਾ ਆ ਗਿਆ, ਉਹਨਾਂ ਦੀ ਫਿਰ ਦ੍ਰਿਸ਼ਟੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਉਹ ਸੰਸਾਰ ਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਨੇ, ਪੌੜੀ ਆਪੇ ਜਗਤ ਉਪਾਇਨ ਕਰ ਪੂਰਾ ਥਾਟ। ਇਹ ਅਖੀਰਲੀ ਪੌੜੀ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਇਹ ਜਗਤ ਸਾਰਾ ਦਾਤੇ ਨੇ ਪੈਦਾ ਕੀਤਾ ਹੈ। ਥਾਟ ਉਹਨੇ ਇਹ ਬਣਤਰ ਬਣਾਈ ਹੈ ਸਾਰੀ। ਆਪੇ ਸ਼ਾਹ ਆਪੇ ਬਣਜ਼ਾਰਾ ਆਪੇ ਹੀ ਹਰ ਹਾਟ। ਇਦਾਂ ਸਮਝ ਲਓ ਆਪ ਹੀ ਉਹ ਸ਼ਾਹੂਕਾਰ ਹੈ, ਆਪ ਹੀ ਵਪਾਰੀ ਹੈ, ਆਪ ਹੀ ਹੱਟ ਹੈ, ਆਪੇ ਸਾਗਰ ਆਪੇ ਬੋਹਿਥਾ, ਆਪੇ ਹੀ ਖੇਵਾਟ, ਆਪੇ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮਲਾਹ ਹੈ। ਆਨੰਦ ਸਾਹਿਬ ਦੀ ਬਾਣੀ ਨਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆ ਹੈ। ਰੱਬ ਦਾ ਰੂਪ ਹੈ ਸਾਰਾ, ਹੈ ਸਾਰੀ ਸ੍ਰਿਸ਼ਟੀ, ਸਾਰਾ ਯੂਨੀਵਰਸ ਰੱਬ ਦਾ ਰੂਪ ਹੈ। ਸੁਖਮਨੀ ਸਾਹਿਬ ਵਿੱਚ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਫੁੱਲ ਹੈ, ਫੁੱਲ ਦੇ ਵਿੱਚ ਉਹ ਸ਼ਕਤੀ ਨਿਰਗੁਣ ਹੈ, ਦਿਖਾਈ ਨਹੀਂ ਦੇ ਰਹੀ, ਇਨਵਿਜ਼ੀਬਲ ਹੈ, ਅਦ੍ਰਿਸ਼ਟ ਹੈ, ਜਿਹੜੀ ਰੰਗ ਭਰ ਜਾਂਦੀ ਹੈ, ਫੁੱਲ ਪੈਦਾ ਕਰ ਦਿੰਦੀ ਹੈ। ਜਿਹੜੇ ਫੁੱਲ ਪੈਦਾ ਹੁੰਦੇ ਨੇ ਉਹਦਾ ਸਰਗੁਣ ਸਰੂਪ ਹੈ। ਇਹ ਰੱਬ ਦਾ ਰੂਪ ਹੈ ਸਾਰਾ। ਉਹਨੇ ਕਲਾ ਰੱਖੀ ਹੋਈ ਹੈ, ਜਿਸ ਕਲਾ ਕਰਕੇ ਸਾਨੂੰ ਮਹਿਸੂਸ ਨਹੀਂ ਹੁੰਦਾ। ਆਪੇ ਗੁਰ ਚੇਲਾ ਹੈ, ਆਪੇ ਆਪੇ ਦੱਸੇ ਘਾਟ, ਆਪ ਹੀ ਸਿਖਾਉਣ ਵਾਲਾ ਤੇ ਆਪ ਹੀ ਸਿੱਖਣ ਵਾਲਾ। ਗੁਰ ਆਪੇ ਗੁਰ ਦੇਣ ਵਾਲਾ, ਆਪ ਹੀ ਗੁਰ ਲੈਣ ਵਾਲਾ, ਤੇ ਆਪ ਹੀ ਇਹ ਜ਼ਿੰਦਗੀ ਦਾ ਪੱਤਣ ਦੱਸਦਾ ਹੈ, ਕਿਨਾਰਾ। ਜ਼ਿੰਦਗੀ ਸਫਲ ਕਿਵੇਂ ਕਰਨੀ ਹੈ, ਕਿੱਧਰ ਨੂੰ ਜਾਣਾ ਹੈ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲ ਵਿਖ ਕਾਟ। ਹੇ ਨਾਨਕ ਜੀ, ਜਨ ਬਣ ਕੇ, ਚਾਕਰ ਬਣ ਕੇ, ਰੱਬ ਦੀ ਚਾਕਰੀ, ਰੱਬ ਦੀ ਬਣਾਈ ਦੁਨੀਆ ਦੇ ਭਲੇ ਲਈ ਆਪਾ ਵਾਰਨਾ। ਗੁਰੂ ਪਿਤਾ ਜੀ ਦੀ ਚਾਕਰੀ, ਗੁਰੂ ਪਾਤਸ਼ਾਹ ਦੀ ਕੌਮ ਦੀ ਚੜ੍ਹਦੀ ਕਲਾ ਲਈ ਆਪਾ ਵਾਰਨਾ। ਉਹਦੇ ਲਈ ਨਾਮ ਨੂੰ ਧਿਆਉਣਾ, ਗਿਆਨ ਰੂਪੀ ਨਾਮ ਰੱਬੀ ਉਪਦੇਸ਼ ਹੈ, ਉਹਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਣੀ, ਪ੍ਰੈਕਟੀਕਲ ਜਿਉਣਾ, ਖਿੜੇ ਮੱਥੇ ਮੰਨਣਾ। ਧਿਆਨ ਰੂਪੀ ਨਾਮ ਉਹਦੀ ਮਿੱਠੀ ਮਿੱਠੀ ਯਾਦ ਹੈ, ਉਹਦੀ ਭੈ ਭਾਵਨੀ ਹੈ, ਉਹਦੀ ਭੈ ਭਾਵਨੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ। ਤਾਂ ਅੰਦਰ ਜਿਹੜੀਆਂ ਮਾੜੀਆਂ ਪ੍ਰਵਿਰਤੀਆਂ ਨੇ, ਵਿਕਾਰਾਂ ਦਾ ਰਸ, ਨਿੰਦਾ ਚੁਗਲੀ, ਸਵਾਰਥ, ਚਾਪਲੂਸੀਆਂ, ਚੁਸਤ ਚਲਾਕੀਆਂ, ਗੁਮਾਨ, ਵਿਖਾਵਾ, ਲੋਕ ਲਾਜ, ਨਫ਼ਰਤ, ਧੜੇਬੰਦੀ, ਇਹ ਸਭ ਅੰਦਰੋਂ ਕੱਟਿਆ ਜਾਏਗਾ, ਮਿਟ ਜਾਏਗਾ। ਸੁੱਧ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਿਖਾਉਂਦੇ ਸਨ ਬਾਣੀ, ਭਾਈ ਗੁਰਦਾਸ ਜੀ ਲਿਖਦੇ ਸਨ, ਤਾਂ ਉਸ ਤੋਂ ਬਾਅਦ ਲਿਖਣ ਤੋਂ ਬਾਅਦ ਸਾਰਾ ਪ੍ਰੂਫ ਚੈੱਕ ਕੀਤਾ ਜਾਂਦਾ ਸੀ, ਤੇ ਅਖੀਰ ਤੇ ਲਿਖ ਦਿੱਤਾ ਜਾਂਦਾ ਸੀ, ਸੁੱਧ, ਠੀਕ ਹੈ, ਓਕੇ ਹੈ। ਰਾਗ ਗੂਜਰੀ ਵਾਰ ਮਹੱਲਾ ਪੰਜਵਾਂ। ਇਹ ਗੂਜਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਅੱਗੋਂ ਸ਼ੁਰੂ ਹੋ ਰਹੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹੈ। ਸ਼ਕਤੀਆਂ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ, ਹਰ ਥਾਂ ਤੇ ਇੱਕ ਰਸ ਵਿਆਪਕ ਹੈ। ਹਰ ਵਰਤਾਰੇ ਵਿੱਚੋਂ ਸੱਚਾ ਗਿਆਨ ਬਣ ਕੇ ਬੈਠੇ ਨੇ। ਗੁਰਬਾਣੀ ਅੰਦਰ ਗੁਰੂ ਸਾਹਿਬ ਕੀ ਕਹਿ ਰਹੇ ਨੇ, ਸਮਝਾ ਕੀ ਰਹੇ ਨੇ, ਉਹ ਸੱਚਾ ਗਿਆਨ ਹੈ। ਉਹ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ, ਹਰ ਵਰਤਾਰੇ ਵਿੱਚ ਵੀ ਰੱਬ ਸਤਿਗੁਰ ਸਰੂਪ ਬਣ ਕੇ ਬੈਠਾ ਹੈ। ਉਹਨੂੰ ਸਮਝਾਂਗੇ, ਖਿੜੇ ਮੱਥੇ ਮੰਨਾਂਗੇ, ਤੇ ਸਤਿਗੁਰ ਸਰੂਪ ਦੀ ਕਿਰਪਾ ਹੁੰਦੀ ਹੈ। ਫਿਰ ਵਾਹਿਗੁਰੂ ਜੀ ਦੀ ਹੋਂਦ ਮਹਿਸੂਸ ਹੁੰਦੀ ਹੈ। ਸ਼ਲੋਕ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 2 ਸ਼ਲੋਕ ਨੇ ਪਹਿਲੀ ਪੌੜੀ ਦੇ ਨਾਲ। ਇਹ ਜਿਹੜੇ 2 ਸ਼ਲੋਕ ਨੇ, ਇਹਨੂੰ ਆਮ ਤੌਰ ਤੇ ਬਹੁਤ ਵਾਰੀ ਰਹਿਰਾਸ ਸਾਹਿਬ ਦੇ ਨਾਲ ਵੀ ਪੜ੍ਹਿਆ ਜਾਂਦਾ ਹੈ। ਉਂਝ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ
ਪੰਥ ਪ੍ਰਵਾਨਿਤ ਜੋ ਰਹਿਤ ਮਰਿਆਦਾ ਹੈ ਉਹਦੇ ਮੁਤਾਬਕ ਰਹਿਰਾਸ ਸਾਹਿਬ ਜੀ ਦਾ ਪਾਠ ਤੇਰਾ ਕੀਤਾ ਜਾਤੋ ਨਾਹੀ ਵਾਲੇ ਸ਼ਬਦ ਤੱਕ ਹੀ ਹੈ। ਪਰ ਕੁਝ ਪਿਆਰੇ ਉਸ ਤੋਂ ਬਾਅਦ ਪੌੜੀ ਪੜ੍ਹਦੇ ਨੇ, ਪੌੜੀ ਦੇ ਨਾਲ ਫਿਰ ਇਹ ਸ਼ਲੋਕ ਪੜ੍ਹਦੇ ਨੇ। ਇਹ ਸ਼ਲੋਕ ਕਿਤੇ ਹੋਰ ਲਿਖੇ ਹੋਏ ਨੇ, ਪੌੜੀ ਕਿਤੇ ਹੋਰ ਲਿਖੀ ਹੋਈ ਹੈ। ਇਹ ਦੋ ਸ਼ਲੋਕ ਫਿਰ ਉੱਥੇ ਪੜ੍ਹੇ ਜਾਂਦੇ ਨੇ। ਉਂਝ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੂਜਰੀ ਦੀ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਇਹਦੇ ਚ ਪਹਿਲੀ ਪੌੜੀ ਦੇ ਨਾਲ ਇਹ ਦੋ ਸ਼ਲੋਕ ਨੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ, ਆਪਣੇ ਅੰਦਰ ਗੁਰ ਸਰੂਪ, ਗੁਰਬਾਣੀ ਦੀਆਂ ਸਿੱਖਿਆਵਾਂ, ਰੱਬੀ ਉਪਦੇਸ਼ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਉਸ ਨੂੰ ਖੁਸ਼ ਕਰਨਾ ਕੀ ਹੈ? ਉਸ ਨੂੰ ਮੰਨਣਾ, ਆਪਣੇ ਅੰਦਰ ਮੰਨਣਾ, ਪ੍ਰੈਕਟੀਕਲ ਜਿਉਣਾ। ਜਿਹਵਾ ਜਪ ਗੁਰ ਨਾਮ, ਤੇ ਜਿੱਥੇ ਬੈਠੋ ਉਹਦੀਆਂ ਬਾਤਾਂ ਕਰੋ, ਰੱਬੀ ਉਪਦੇਸ਼ਾਂ ਦੀ ਚਰਚਾ ਕਰੋ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਮ। ਨੇਤਰਾਂ ਦੇ ਨਾਲ ਹਰ ਵਰਤਾਰੇ ਵਿੱਚੋਂ ਸੱਚੇ ਗਿਆਨ ਨੂੰ ਦੇਖਣ ਦਾ ਯਤਨ ਕਰੋ। ਫੁੱਲਾਂ ਨੂੰ ਦੇਖਦੇ ਆ, ਦੇਖਣ ਦਾ ਯਤਨ ਕਰੋ ਉਹ ਕੌਣ ਹੈ ਜੋ ਰੰਗ ਭਰ ਰਿਹਾ। ਕੋਇਲ ਦੀ ਬੋਲੀ ਤੋਂ ਉਹ ਸੱਚੇ ਗਿਆਨ ਨੂੰ ਦੇਖੋ। ਕੋਇਲ ਦੀ ਬੋਲੀ ਵਿੱਚੋਂ ਜੇ ਇਸ ਤਰ੍ਹਾਂ ਦੀ ਬੋਲੀ ਬੋਲੀ ਜਾਵੇ ਤਾਂ ਕਿੰਨੀ ਸਤਿਕਾਰ ਮਿਲੇਗਾ। ਕਾਂ ਦੀ ਬੋਲੀ ਤੋਂ ਸਿੱਖੋ, ਇਹ ਬੋਲੀ ਮਨੁੱਖ ਨੂੰ ਦੁਰਕਾਰ ਦਿੰਦੀ ਹੈ। ਹਰ ਵਰਤਾਰੇ ਵਿੱਚੋਂ ਸੱਚਾ ਗਿਆਨ ਬਣ ਕੇ ਬੈਠਾ ਹੈ ਤੇ ਹਰ ਵਰਤਾਰੇ ਵਿੱਚੋਂ ਸਮਝਣਾ, ਉਸ ਨੂੰ ਦੇਖਣਾ, ਉਹਦੇ ਦੀਦਾਰ ਕਰਨੇ ਨੇ। ਤੇ ਹਮੇਸ਼ਾ ਕੰਨਾਂ ਦੇ ਨਾਲ ਉਹ ਜੋ ਜ਼ਿੰਦਗੀ ਜਿਉਣ ਦੇ ਗੁਰ ਦਿੱਤੇ ਗਏ ਨੇ, ਗੁਰਬਾਣੀ ਦੇ ਅੰਦਰ ਜੋ ਸਿੱਖਿਆਵਾਂ ਨੇ, ਉਹਨੂੰ ਸੁਣੋ। ਉਹ ਗਿਆਨ ਰੂਪੀ ਨਾਮ ਹੈ। ਜੇ ਇਸ ਤਰ੍ਹਾਂ ਜ਼ਿੰਦਗੀ ਜਿਉਈ ਜਾਵੇ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ ਠਾਉ, ਫਿਰ ਸਤਿਗੁਰ ਦੇ ਪਿਆਰ ਦੇ ਨਾਲ ਉਸ ਸੱਚੇ ਗਿਆਨ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਸਮਝਾ ਕੀ ਰਹੇ ਨੇ, ਉਹ ਸਤਿਗੁਰ ਸਰੂਪ ਹੈ, ਉਹਦੇ ਨਾਲ ਗੂੜੇ ਪਿਆਰ ਵਿੱਚ ਜੀਵਨ ਜਿਉਣੇ ਆ। ਰੱਬ ਦੀ ਦਰਗਾਹ ਭਾਵ ਰੱਬ ਦੇ ਨਿਜ਼ਮ ਵਿੱਚ ਫਿਰ ਟਿਕਾਣਾ ਮਿਲਦਾ ਹੈ, ਨਿਜ਼ਮ ਨੂੰ ਫੋਲੋ ਕਰਦਾ ਹੈ, ਫਿਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਆਖੋ ਵਾਹਿਗੁਰੂ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ, ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਦਾ ਜੀਵਨ ਜਿਉਣ ਦੀ, ਜੋ ਪਰਲੀਆਂ ਪੰਕਤੀਆਂ 'ਚ ਦੱਸਿਆ ਗਿਆ, ਉਹਨਾਂ ਤੇ ਨਾਨਕ ਜੀ ਦੱਸੋ ਇਹਨਾਂ ਨੂੰ। ਕਹੋ ਨਾਨਕ ਦੇ ਅਰਥ ਹੈ ਦੱਸੋ ਇਹਨਾਂ ਨੂੰ, ਸਮਝਾਓ ਕਿ ਜਦੋਂ ਰੱਬ ਕਿਰਪਾ ਕਰਦਾ ਹੈ ਤਾਂ ਇਹ ਜੀਵਨ ਜਿਉਣ ਦੀ ਜੁਗਤ, ਇਹ ਐਸੀ ਵੱਤ ਹੈ, ਦਾਤ ਹੈ, ਮਿਲ ਜਾਂਦੀ ਹੈ। ਭਾਵ ਜਦੋਂ ਮਿਲਦੀ ਹੈ ਸਮਝ ਲਓ ਰੱਬ ਦੀ ਬਖਸ਼ਿਸ਼ ਹੈ। ਇਹ ਨਹੀਂ ਸੋਚਣਾ ਕਿ ਜਦੋਂ ਬਖਸ਼ਿਸ਼ ਹੋਏਗੀ ਆਪੇ ਹੋ ਜਾਏਗਾ। ਨਹੀਂ, ਜੋ ਉੱਪਰ ਕਿਹਾ ਗਿਆ ਏਦਾਂ ਕਰ, ਉਹਨੂੰ ਕਰਨਾ ਹੈ, ਤੇ ਜਦੋਂ ਪ੍ਰਾਪਤ ਹੋਗੀ ਇਹ ਰੱਬ ਦੀ ਬਖਸ਼ਿਸ਼ ਹੈ। ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕਈ ਕੇ, ਸੰਸਾਰ ਵਿੱਚ ਉਹ ਵਿਰਲੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ। ਹਰ ਮਨੁੱਖ ਵਿਰਲਿਆਂ 'ਚ ਆਉਣਾ ਚਾਹੁੰਦਾ। ਕਦੀ ਨੋਟ ਕਰਿਓ, ਉਹ ਵੱਖਰੇ ਕੱਪੜੇ ਕਿਉਂ ਪਾਉਂਦਾ, ਮਹਿੰਗੇ ਕੱਪੜੇ ਕਿਉਂ ਪਾਉਂਦਾ? ਕਿਉਂਕਿ ਮੈਂ ਵੱਖਰਾ ਦਿਸਾਂ। ਉਹ ਮਹਿੰਗੀ ਗੱਡੀ, ਮਹਿੰਗਾ ਘਰ ਵੱਖਰਾ ਦਿਸਣ ਵਾਸਤੇ ਹੈ, ਪਰ ਅੰਦਰੋਂ ਵੱਖਰਾ ਬਣਨ ਵਾਸਤੇ ਗੁਰੂ ਦੀ ਬਾਣੀ ਉਹ ਵਿਰਲੇ ਨੇ। ਮਹੱਲਾ ਪੰਜਵਾਂ, ਅਗਲਾ ਸ਼ਲੋਕ ਹੈ ਪਹਿਲੀ ਪੌੜੀ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਰੱਖੇ ਰੱਖਣਹਾਰ ਆਪ ਉਬਾਰਿਆਨ, ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਆਪ ਬਚਾ ਲੈਂਦੇ ਨੇ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ, ਉਹ ਗੁਰ ਸਰੂਪ ਜੋ ਹੈ, ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਗੁਰਬਾਣੀ ਦੀਆਂ ਸਿੱਖਿਆਵਾਂ, ਗੁਰ ਚਰਨ ਗੁਰ ਸ਼ਬਦ ਹੈ ਤੇ ਉਹਦਾ ਉਪਦੇਸ਼ ਚਰਨ ਹੈ। ਗੁਰ ਕੀ ਪੈਰੀ ਪਾਏ, ਚਰਨੀ ਲੱਗਣ ਦੇ ਅਰਥ ਹੈ ਗੁਰ ਪਾਤਸ਼ਾਹ ਦੇ ਜ਼ਿੰਦਗੀ ਜਿਉਣ ਦੇ ਜੋ ਗੁਰ ਦਿੱਤੇ ਨੇ, ਉਸ ਉਪਦੇਸ਼ ਨੂੰ ਜ਼ਿੰਦਗੀ ਜਿਉਣਾ, ਇਹਦੇ ਨਾਲ ਜ਼ਿੰਦਗੀ ਸਫਲ ਕਰਨ ਦਾ ਕਾਰਜ ਸਵਾਰਿਆ ਜਾਂਦਾ ਹੈ। ਇਹ ਕਾਰਜ ਦੁਨਿਆਵੀ ਨਹੀਂ, ਜੀਵਨ ਸਫਲ ਕਰਨ ਦਾ ਕਾਰਜ। ਹੋਆ ਆਪ ਦਇਆਲ ਮਨੋ ਨਾ ਵਿਸਾਰਿਆਨ, ਇਹ ਰੱਬ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਫਿਰ ਮਨ ਦੇ ਵਿੱਚ ਉਹਦੀ ਮਿੱਠੀ ਮਿੱਠੀ ਯਾਦ ਬਣੀ ਰਹਿੰਦੀ ਹੈ, ਮਨ ਵਿੱਚ ਉਹ ਦਾਤਾ ਭੁੱਲਦਾ ਨਹੀਂ। ਸਾਧ ਜਨਾ ਕੈ ਸੰਗ ਭਵਜਲ ਤਾਰਿਆਨ, ਫਿਰ ਰੱਬ ਦੇ ਪਿਆਰੇ, ਗੁਰਬਾਣੀ ਦੇ ਰਚਨਹਾਰੇ, ਗੁਰੂ ਸਾਹਿਬਾਨ, ਭਗਤ, ਉਹਨਾਂ ਦਾ ਸੰਗ ਕਰਨਾ, ਉਹਨਾਂ ਦੇ ਉਪਦੇਸ਼ਾਂ ਨੂੰ ਮੰਨਣਾ ਹੈ, ਤੇ ਸੰਸਾਰ ਸਮੁੰਦਰ ਤੋਂ ਇਸ ਤਰ੍ਹਾਂ ਤਰਿਆ ਜਾ ਸਕਦਾ ਹੈ। ਨਹੀਂ ਤਾਂ ਚਿੰਤਾ ਵਿੱਚ ਡੁੱਬ ਜਾਂਦਾ ਹੈ, ਦੁੱਖਾਂ ਵਿੱਚ ਡੁੱਬ ਜਾਂਦਾ ਹੈ, ਹੰਕਾਰ ਵਿਖਾਵੇ ਵਿੱਚ ਡੁੱਬ ਜਾਂਦਾ ਹੈ, ਨਫ਼ਰਤ ਧੜੇਬੰਦੀਆਂ ਵਿੱਚ ਡੁੱਬ ਜਾਂਦਾ ਹੈ, ਲੋਕ ਲਾਜ ਵਿੱਚ ਡੁੱਬ ਜਾਂਦਾ ਹੈ, ਵਿਖਾਵੇ ਗੁਮਾਨ ਵਿੱਚ ਡੁੱਬ ਜਾਂਦਾ ਹੈ, ਕ੍ਰੋਧ ਦੀ ਆਦਤ ਵਿੱਚ ਡੁੱਬ ਜਾਂਦਾ ਹੈ।
ਤੇ ਗੁਰੂ ਦਾ ਸੰਗ ਕਰਕੇ ਤਰ ਜਾਂਦਾ ਹੈ ਖੋਆ। ਗੁਰੂ ਪਾਤਸ਼ਾਹ ਦੇ ਬਚਨ ਮੰਨ ਕੇ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆਨ। ਜੇ ਕੋਈ ਟੁੱਟਿਆ ਹੋਇਆ ਰੱਬ ਤੋਂ, ਨਿੰਦਕ ਸੁਭਾਅ ਹੈ, ਦੁਸ਼ਟ ਵਿਰਤੀ ਹੈ, ਤੇ ਰੱਬ ਦੀਆਂ ਸਿੱਖਿਆਵਾਂ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਅਗਰ ਮੰਨਣ ਦੀ ਭਾਵਨਾ, ਇੱਕ ਛਿਨ ਦੇ ਵਿੱਚ ਇਹ ਰੱਬ ਤੋਂ ਟੁੱਟਣਾ, ਨਿੰਦਾ ਦਾ ਸੁਭਾਅ, ਦੁਸ਼ਟਪੁਣਾ ਸਭ ਕੁਝ ਖਤਮ ਹੋ ਜਾਂਦਾ ਹੈ। ਸੱਜਣ ਠੱਗ ਦੇ ਅੰਦਰ ਮੰਨਣ ਦੀ ਭਾਵਨਾ ਸੀ, ਇੱਕ ਸੈਕਿੰਡ ਵਿੱਚ ਸਭ ਕੁਝ ਬਦਲ ਗਿਆ ਅੰਦਰੋਂ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਹੇ ਨਾਨਕ ਜੀ, ਜਿਸ ਮਨ ਦੇ ਵਿੱਚ ਉਸ ਮਾਲਕ ਦੀ ਅੰਦਰ ਟੇਕ ਭਰੋਸਾ ਹੈ, ਮਾਲਕ ਨੂੰ ਸਮਰਪਿਤ ਹੋਣ ਦੀ ਭਾਵਨਾ ਹੈ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਜਿਸ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਭੈ ਭਾਵਨੀ ਵਿੱਚ ਜਿਉਂਦਿਆਂ ਅੰਦਰ ਸੰਤੁਸ਼ਟੀ ਆਉਂਦੀ ਹੈ, ਅੰਦਰ ਸ਼ੁਕਰਾਨਾ ਜਾਗਦਾ ਹੈ, ਅੰਦਰ ਆਨੰਦ ਖੇੜਾ ਆਉਂਦਾ ਹੈ, ਉਹਨੂੰ ਆਤਮਿਕ ਸੁੱਖ ਕਿਹਾ ਹੈ, ਤੇ ਦੁਖੀ ਹੋਣ ਦੀ ਬਿਰਤੀ ਖਤਮ ਹੋ ਜਾਂਦੀ ਹੈ। ਇਹ ਨਾ ਸਮਝੋ ਕਿ ਦੁੱਖ ਨਹੀਂ ਆਉਣਗੇ, ਦੁੱਖ ਲੱਗਣਗੇ ਨਹੀਂ। ਦੁੱਖ ਤਾਂ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਵਿੱਚ ਵੀ ਆਏ ਨੇ, ਹਰ ਪੀਰ ਪੈਗੰਬਰ ਔਲੀਏ ਦੀ ਜ਼ਿੰਦਗੀ 'ਚ ਆਏ ਨੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾਂ ਜਾਏ ਮਨੁੱਖ। ਇਹ ਤਾਂ ਜ਼ਿੰਦਗੀ ਦੇ ਕੱਪੜੇ ਨੇ, ਪਹਿਨਣੇ ਪੈਣਗੇ। ਸਗਲੇ ਦੁੱਖ ਜਾਹੇ ਦੇ ਅਰਥ ਹੈ ਦੁਖੀ ਨਹੀਂ ਹੋਏਗਾ, ਅੰਦਰੋਂ ਵੱਧਦਾ ਜਾਏਗਾ ਅੱਗੇ, ਹਰ ਦੁੱਖ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰੇਗਾ। ਪੌੜੀ, ਇਹ ਪਹਿਲੀ ਪੌੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਗੁਜਰੀ ਦੀ ਵਾਰ ਦੀ। ਅਕੁਲ ਨਿਰੰਜਨ ਪੁਰਖ ਅਗੰਮ ਅਪਾਰੀ ਹੈ। ਦਾਤਾ ਜੀ ਅਕੁਲ ਹੈ, ਉਹਦੀ ਕੋਈ ਵਿਸ਼ੇਸ਼ ਕੁਲ ਨਹੀਂ ਹੈ। ਨਿਰੰਜਨ, ਉਹ ਮਾਇਆ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ। ਪੁਰਖ, ਉਹਦੀ ਹੋਂਦ ਹੈ, ਉਹਦੀ ਐਗਜ਼ਿਸਟੈਂਸ ਹੈ, ਹਰ ਥਾਂ ਤੇ ਉਹਦੀ ਹੋਂਦ ਹੈ। ਅਗੰਮ, ਪਹੁੰਚ ਤੋਂ ਪਰੇ ਹੈ। ਅਪਾਰੀ ਹੈ, ਬੇਅੰਤ ਹੈ। ਸੱਚੋ ਸੱਚਾ ਸੱਚ, ਸੱਚ ਨਿਹਾਰੀ ਹੈ। ਉਹ ਸਦੀਵੀ ਹੈ, ਸਦਾ ਹੀ ਸਦੀਵੀ ਹੈ। ਉਹਦੇ ਗੁਣ ਸਦੀਵੀ ਨੇ, ਉਹਦੇ ਨਿਜ਼ਮ ਸਦੀਵੀ ਨੇ, ਉਹਦੀਆਂ ਬਖਸ਼ਾਂ ਸਦੀਵੀ ਨੇ। ਤੇ ਜਿੱਥੇ ਦੇਖਦੇ ਹਾਂ ਉਹ ਸੱਚ ਨਾਲ ਜੁੜ ਕੇ ਉਹ ਜਦੋਂ ਦੀਦਾਰ ਹੁੰਦੇ ਨੇ, ਉਹ ਵੀ ਸਦੀਵੀ ਹੈ। ਕੂੜ ਨਾ ਜਾਪੈ ਕਿਛ ਤੇਰੀ ਧਾਰੀ ਹੈ। ਜਿਸ ਨੂੰ ਤੇਰਾ ਆਸਰਾ ਹੈ, ਜੋ ਤੇਰਾ ਪੈਦਾ ਕੀਤਾ ਹੋਇਆ ਧਾਰੀ ਹੈ, ਜੋ ਤੇਰਾ ਪੈਦਾ ਕੀਤਾ ਹੈ, ਕੁਛ ਵੀ ਫਰਜ਼ੀ ਨਹੀਂ ਹੈ, ਕੁਛ ਵੀ ਫਜ਼ੂਲ ਨਹੀਂ ਹੈ, ਸਭ ਕੁਝ ਸਾਡੇ ਭਲੇ ਲਈ ਹੈ, ਸਭ ਕੁਝ ਸਾਡੇ ਭਲੇ ਲਈ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ। ਮਨੁੱਖ ਆਪਣੇ ਅੰਦਰ ਦੋ ਪਾਰਟ ਬਣਾਈ ਬੈਠਾ, ਇੱਕ ਲਾਈਕਿੰਗ, ਇੱਕ ਡਿਸਲਾਈਕਿੰਗ, ਇੱਕ ਪਸੰਦ ਕਰਨ ਵਾਲਾ, ਇੱਕ ਨਾ ਪਸੰਦ ਕਰਨ ਵਾਲਾ। ਪਸੰਦ ਤੇ ਨਾ ਪਸੰਦ ਦੀ ਭਾਵਨਾ ਦੇ ਵਿੱਚੋਂ ਮਨੁੱਖ ਇਸ ਦੁਨੀਆ ਨੂੰ ਹੋਰ ਤਰੀਕੇ ਨਾਲ ਦੇਖ ਰਿਹਾ ਹੈ। ਉਹਦਾ ਸਭ ਕੁਝ ਕੀਤਾ ਹੋਇਆ, ਪੂਰੇ ਕਾ ਕੀਆ, ਸਭ ਕੁਝ ਪੂਰਾ, ਘੱਟ ਵੱਧ ਕਿਛ ਨਹੀਂ। ਕੂੜ ਨਾ ਜਾਪੈ, ਕੁਛ ਵੀ ਫਜ਼ੂਲ ਨਹੀਂ। ਸਭ ਸਹਿ ਦੇ ਦਾਤਾਰ ਜੇਤ ਉਪਾਰੀ ਹੈ। ਜਿੰਨੀ ਉਹਨੇ ਪੈਦਾ ਕੀਤੀ ਹੈ ਸ੍ਰਿਸ਼ਟੀ, ਸਾਰਿਆਂ ਦਾ ਦਾਤਾ ਦੇਈ ਜਾ ਰਿਹਾ। ਇੱਕ ਤਸੂਤ ਪਰੋਏ ਜੋਤ ਸੰਜਾਰੀ ਹੈ। ਉਹਨੇ ਆਪਣੀ ਜੋਤ ਐਨਰਜੀ ਦੇ ਰੂਪ ਵਿੱਚ ਉਸਨੇ ਇੱਕ ਨਿਜ਼ਮ ਬਣਾ ਦਿੱਤਾ। ਨਿਜ਼ਮ ਦੇ ਰੂਪ ਵਿੱਚ ਉਹਨੇ ਆਪਣੀਆਂ ਨੈਚੁਰਲ ਫੋਰਸਿਸ ਦੇ ਰੂਪ ਵਿੱਚ, ਕੁਦਰਤੀ ਸ਼ਕਤੀਆਂ ਦੇ ਰੂਪ ਵਿੱਚ ਆਪਣੀ ਜੋਤ ਰੱਖ ਦਿੱਤੀ ਹੈ, ਤੇ ਨਿਜ਼ਮ ਦੇ ਰੂਪ ਵਿੱਚ ਸਾਰਿਆਂ ਨੂੰ ਪਰੋ ਦਿੱਤਾ ਹੈ। ਹੁਕਮੇ ਭਵਜਲ ਮਾਂਝ ਹੁਕਮੇ ਤਾਰੀ ਹੈ। ਉਸ ਨੂੰ ਹੀ ਹੁਕਮ ਕਿਹਾ। ਉਹ ਜਿਹੜਾ ਨਿਜ਼ਮ ਹੈ, ਉਹ ਨਿਜ਼ਮ ਨੂੰ ਸਮਝਣਾ ਹੈ, ਉਸ ਨਿਜ਼ਮ ਅਨੁਸਾਰ ਕੀ ਕਰਨਾ ਕੀ ਨਹੀਂ ਕਰਨਾ। ਉਹ ਰੱਬੀ ਉਪਦੇਸ਼ ਨੇ, ਗੁਰਬਾਣੀ ਦੀਆਂ ਸਿੱਖਿਆਵਾਂ ਨੇ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨ ਕੇ, ਰੱਬ ਦੇ ਹੁਕਮ ਨੂੰ, ਰੱਬ ਦੇ ਨਿਜ਼ਮ ਨੂੰ ਫੋਲੋ ਕਰਕੇ, ਇਸ ਭੈ ਦੇ, ਇਸ ਦੁਬਿਧਾ ਦੇ, ਚਿੰਤਾ ਦੁੱਖਾਂ ਗੁਮਾਨ ਵਿਖਾਵੇ ਦੇ ਲਹਿਰਾਂ ਦੇ ਸਮੁੰਦਰ ਵਿੱਚੋਂ ਫਿਰ ਤਰ ਜਾਂਦਾ ਹੈ, ਡੁੱਬਦਾ ਨਹੀਂ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਹੈ। ਪ੍ਰਭੂ ਜੀ, ਤੈਨੂੰ ਉਹ ਧਿਆਉਂਦੇ ਨੇ, ਉਹ ਤੈਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ, ਜਿਨ੍ਹਾਂ ਦੀ ਸੋਚ ਵਿੱਚ ਲਿਖਿਆ ਜਾਂਦਾ ਹੈ। ਮਥਾਰੀ ਹੈ ਮੱਥਾ, ਭਾਗ, ਮੱਥੇ ਦੇ ਭਾਗ ਕੀ ਹੈ? ਕਿਸੇ ਦੀ ਉੱਚੀ ਸੋਚ ਹੈ, ਉੱਚੇ ਭਾਗ ਨੇ। ਕਿਸੇ ਦੀ ਨੀਵੀਂ ਸੋਚ ਹੈ, ਨੀਵੇਂ ਭਾਗ ਨੇ। ਕਿਸੇ ਦੇ ਫੈਸਲੇ ਵੱਡੇ ਨੇ, ਵੱਡੇ ਭਾਗ ਹੈ। ਕਿਸੇ ਦੇ ਫੈਸਲੇ ਛੋਟੇ ਨੇ, ਛੋਟੇ ਭਾਗ। ਕਿਸੇ ਦੇ ਵਿਜ਼ਨ ਵੱਡੇ ਨੇ, ਨਿਸ਼ਾਨੇ ਵੱਡੇ ਨੇ, ਉਹਦੀ ਸੋਚ ਵੱਡੀ ਹੈ। ਕਿਸੇ ਦੇ ਨਿਸ਼ਾਨੇ ਛੋਟੇ ਨੇ, ਵਿਜ਼ਨ ਛੋਟੇ ਨੇ। ਇਸ ਲਈ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ।
ਪਰਉਪਕਾਰ ਦੀ ਬਿਰਤੀ ਉੱਚੇ ਭਾਗ ਨੇ, ਵੱਡੇ ਨਿਸ਼ਾਨੇ ਨੇ। ਸਵਾਰਥ ਆਪਣੇ ਆਪ ਵਿੱਚ ਸਿਮਟ ਕੇ ਹੋ ਜਾਣਾ, ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਛੋਟੇ ਭਾਗ ਨੇ। ਤੇ ਜਿਨ੍ਹਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੀ ਵੱਡੀ ਸੋਚ ਹੈ, ਉਹ ਪ੍ਰਭੂ ਨੂੰ ਧਿਆਉਂਦੇ ਨੇ, ਪ੍ਰਭੂ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ। ਆਖੋ ਵਾਹਿਗੁਰੂ। ਤੇਰੀ ਗਤ ਮਿਤ ਲਖੀ ਨਾ ਜਾਏ, ਹਾਂ ਤੁਧ ਬਲਿਹਾਰੀ ਹੈ। हे प्रभु जी, हे वाहिगुरु जी, तेरी अवस्था, तेरा सब कुछ मिने ही नहीं जा सकता, जाने ही नहीं जा सकता। मैं तो सदा तेरे तो बलिहार जांदा, कुर्बान जांदा हाँ। सतगुरु जी कृपा करना, जितनी की बाणी समझ आवे उन्हें जिंदगी जिउईए। कल नूं फिर 518 अंग दी विचार लैके तुहाडे घर तुहाडे सन्मुख हाज़र होवांगा। तद तक लई गुरु फतेह जी। भुल्लां चुकां दी खिमा। वाहिगुरू जी का खालसा, वाहिगुरू जी की फतेह।